हाँ चलो। वाहिगुरू जी का खालसा वाहिगुरू जी की फतेह। जय भीम जय भारत। ਅੱਜ ਆਪਾਂ ਇੱਕ ਬਹੁਤ ਇੰਪੋਰਟੈਂਟ ਵਿਸ਼ੇ ਦੇ ਇਕੱਤਰ ਹੋਏ ਆ ਔਰ ਜਦੋਂ ਤੋਂ ਸਾਨੂੰ ਇਹ ਪਤਾ ਲੱਗਿਆ ਬਲਵੀਰ ਚੰਦ ਜੀ ਹੋਰਾਂ ਨਾਲ ਸਾਡਾ ਮੇਲ ਹੋਇਆ ਤੇ ਸਾਨੂੰ ਇਸ ਬਾਰੇ ਜਾਣਕਾਰੀ ਮਿਲੀ। ਦੇਖੋ ਸਭ ਤੋਂ ਪਹਿਲਾਂ ਤਾਂ ਇਹ ਤਰਾਸਦੀ ਹੈ ਕਿ ਅੱਜ ਸਾਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਲੜਕਾ ਦੇ ਮਾਰੇ ਰਹੇ ਹਾਂ। ਸਭ ਤੋਂ ਮਾੜੀ ਗੱਲ ਸਾਡੇ ਲਈ ਇਹ ਹੈ ਕਿ ਸਾਨੂੰ ਖੁਦ ਨੂੰ ਨਹੀਂ ਪਤਾ ਕਿ ਅਸੀਂ ਲੜਕਾ ਦੇ ਮਰ ਰਹੇ ਹਾਂ। ਉੱਥੇ ਅੱਜ ਦੇ ਧਰਨਿਆਂ ਦੀ ਗੱਲ ਕਰੀਏ ਤਾਂ ਕਿਸਾਨ ਜਥੇਬੰਦੀ ਬੈਠੀ ਹੈ, ਉੱਥੇ ਵਿੱਚ ਬੈਠੇ ਕਈ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਸਾਡੀ ਲੜਾਈ ਅਸਲ 'ਚ ਹੈ ਕਿਹੋ ਜੀ। ਕਈ ਲੋਕ ਤਾਂ ਇੱਥੋਂ ਜਾ ਕੇ ਉੱਥੇ ਜਾ ਕੇ ਲੰਗਰ ਲਾਉਣ ਨੂੰ ਲੜਾਈ ਸਮਝ ਰਹੇ ਹੈ, ਕਈ ਲੋਕ ਇੱਥੋਂ ਜਾ ਕੇ ਉੱਥੇ ਆਪਦੀ ਹਾਜ਼ਰੀ ਦੇ ਕੇ ਵਾਪਸ ਆਉਣਾ ਨੂੰ ਲੜਾਈ ਸਮਝ ਰਹੇ ਹੈ ਔਰ ਪਿੱਛੇ ਉਹ ਆ ਕੇ ਉਹੀ ਕੁਝ ਕਰ ਰਹੇ ਆ ਜਿਹੜਾ ਕੁਝ ਉੱਥੇ ਆਪਾਂ ਨੂੰ ਕਹਿਣਾ ਵੀ ਨਹੀਂ ਕਰਨਾ। ਗੱਲ ਇੱਥੇ ਹੈ ਕਿ ਅੱਜ ਆਪਾਂ ਸਮਾਜਿਕ ਤੌਰ 'ਤੇ ਇਕੱਤਰ ਹੋਏ ਹਾਂ। ਜਿਹੜੀਆਂ ਗੱਲਾਂ ਕੁਲਦੀਪ ਵੀਰ ਜੀ ਨੇ ਕੀਤੀਆਂ ਜਾਂ ਬਲਵੀਰ ਚੰਦ ਜੀ ਨੇ ਸਾਨੂੰ ਦੱਸੀਆਂ ਜਾਂ ਅਸੀਂ ਬੈਠ ਕੇ ਮੰਥਨ ਕੀਤਾ, ਜਿੰਨਾ ਕੁ ਮੈਨੂੰ ਇਹਦੇ ਬਾਰੇ ਹਜੇ ਜਾਣਕਾਰੀ ਮਿਲੀ ਹੈ ਕਿ ਦੇਸ਼ ਦੇ ਵਿੱਚ ਵੱਖ-ਵੱਖ ਜਾਤਾਂ ਹਰ ਤਰ੍ਹਾਂ ਦਾ ਇਨਸਾਨ ਰਹਿ ਰਿਹਾ। ਇੱਕ ਭਾਰਤ ਦੇਸ਼ ਹੀ ਹੈ ਜਿੱਥੇ ਹਰ ਤਰ੍ਹਾਂ ਦਾ ਬੰਦੇ ਦੇ ਰਹਿਣ ਦਾ ਉਹਨੂੰ ਪੂਰਾ ਮੂਲ ਅਧਿਕਾਰ ਸ਼ੁਰੂ ਤੋਂ ਮਿਲਿਆ। ਪਰ ਸਾਡੇ ਅਧਿਕਾਰਾਂ ਦੇ ਜਿੱਥੇ ਜਿੱਥੇ ਜਿਵੇਂ ਜਿਵੇਂ ਡਾਕੇ ਵੱਜਦੇ ਰਹੇ ਔਰ ਵੱਜ ਰਹੇ ਹੈ, ਉਸ ਬਾਰੇ ਅਸੀਂ ਕਦੇ ਸੋਚਿਆ ਨਹੀਂ। ਜਿਹੜਾ ਗਰੀਬ ਹੈ ਉਹ ਹੋਰ ਗਰੀਬ ਹੋ ਰਿਹਾ, ਜਿਹੜਾ ਅਮੀਰ ਹੈ ਉਹ ਹੋਰ ਅਮੀਰ ਹੋ ਰਿਹਾ। ਉਹਦੇ ਪਿੱਛੇ ਕਾਰਨ ਕੀ ਹੈ ਕਿ ਅਮੀਰ ਲੋਕ ਹੀ ਸਾਡੇ ਵਿੱਚ ਪਾੜਾ ਪਵਾਉਂਦੇ ਆ, ਅਮੀਰ ਲੋਕ ਹੀ ਗਰੀਬ ਬੰਦੇ ਨੂੰ ਨੀਵਾਂ ਦਿਖਾਉਂਦੇ ਆ ਔਰ ਅਮੀਰ ਲੋਕ ਹੀ ਹਮੇਸ਼ਾ ਆਪਣੇ 'ਤੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਆ। ਥੱਲੋਂ ਉੱਠ ਕੇ ਤਾਂ ਜਾਣ ਵਾਲੇ ਬੰਦੇ ਨੂੰ ਹਮੇਸ਼ਾ ਹੀ ਇਹ ਸੋਚਿਆ ਜਾਂਦਾ ਉਹਦਾ ਘਿਰਨਾ ਦਾ ਪਾਤਰ ਬਣਾਇਆ ਜਾਂਦਾ ਹੈ, ਫਿਰ ਉਹਨੂੰ ਜਾਤੀ ਦੇ ਆਧਾਰ 'ਤੇ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾਂਦਾ ਹੈ। ਪਰ ਅਸੀਂ ਅੱਜ ਜਿਹੜੀ ਗੱਲ ਦੀ ਲੜਾਈ ਲੜਦੇ ਹਾਂ ਵੀ ਜੇਕਰ ਜਾਤੀ ਦੀ ਆਧਾਰ 'ਤੇ ਗੱਲ ਕਰੀਏ ਤਾਂ ਸਾਡੀਆਂ ਜਾਤਾਂ ਦਾ ਅਧਿਕਾਰ ਸਾਨੂੰ ਮਿਲਣਾ ਚਾਹੀਦਾ। ਜੇ ਕੋਈ ਜਾਤੀ ਦੀ ਗੱਲ ਕਰਦਾ ਹੈ, ਜੇ ਤੁਸੀਂ ਕਹਿੰਦੇ ਹੋ ਵਾਕਈ ਜਾਤੀ ਦੀ ਗੱਲ ਹੈ, ਜੇ ਉਹ ਕਹਿੰਦੇ ਵੀ ਅਸੀਂ ਬ੍ਰਾਹਮਣ ਹੈ, ਉਹ ਜੇ ਕਹਿੰਦੇ ਵੀ ਅਸੀਂ ਹਿੰਦੂਤਵ ਲੈ ਕੇ ਆਉਣਾ ਜਾਂ ਅਸੀਂ ਮਨੂ ਸਿਮਰਤੀ ਲਾਗੂ ਕਰਨੀ ਹੈ, ਉਹ ਚਾਹੁੰਦੇ ਹੈ। RSS ਬਹੁਤ ਕੁਝ ਕਰ ਰਹੀ ਆ, ਹਰ ਧਰਮ ਨੂੰ ਹਰ ਗ੍ਰੰਥ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਦੇ ਗ੍ਰੰਥਾਂ ਦੇ ਵਿੱਚ ਪਾੜਿਆ, ਮੈਂ ਗੁਰਸਿੱਖ ਹੋਣ ਦੇ ਨਾਤੇ ਕਹਿਣਾ ਹੈ, ਗੁੱਸਾ ਨਾ ਕਰਿਓ ਇਸ ਗੱਲ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਚੀਜ਼ ਦਾ ਪ੍ਰਤੀਕ ਹੈ ਵੀ ਉਹ ਸਾਰੇ ਇਕੱਠੇ ਕੀਤੇ ਗਏ। 15 ਭਗਤਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, ਕਿਹੜੀ ਜਾਤੀ ਉਹਦੇ ਵਿੱਚ ਨਹੀਂ ਆਉਂਦੀ। ਪਰ ਫਿਰ ਵੀ ਅੱਜ ਦੀ ਘੜੀ ਕਿੰਨੀਆਂ ਜਾਤੀਆਂ ਜਿਨ੍ਹਾਂ ਨੂੰ ਉਸੇ 'ਚੋਂ ਕੱਢ ਕੇ ਪਾੜ ਕੇ ਤੇ ਵੱਖਰੇ ਵੱਖਰੇ ਮੰਦਿਰ ਗੁਰਦੁਆਰਾ ਸਾਹਿਬ ਬਣਾ ਦਿੱਤੇ ਗਏ। ਮਿਸਤਰੀ ਭਾਈਚਾਰੇ ਨੂੰ ਪਾੜਿਆ ਗਿਆ, ਰਵਿਦਾਸ ਭਾਈਚਾਰੇ ਨੂੰ ਪਾੜਿਆ ਗਿਆ। ਜੇ ਨਹੀਂ ਤਾਂ ਦੱਸੋ ਅੱਜ ਹੋ ਰਿਹਾ ਕਿ ਨਹੀਂ ਹੋ ਰਿਹਾ? ਉਹਦੇ ਪਿੱਛੇ ਵੀ ਇੱਕ ਕਾਰਨ ਹੈ ਵੀ ਜਿਹੜੀ ਚੀਜ਼ ਇਹਨਾਂ ਨੂੰ ਇਕੱਠੇ ਹੋਣਾ ਸਿਖਾਉਂਦੀ ਹੈ ਜਾਂ ਇਹਨਾਂ ਨੂੰ ਆਪਣੇ ਅਧਿਕਾਰ ਪ੍ਰਾਪਤ ਕਰਨਾ ਸਿਖਾਉਂਦੀ ਹੈ, ਉਸ ਚੀਜ਼ ਨੂੰ ਖਤਮ ਕਰ ਦਿਓ। ਇਹੀ ਫੰਡਾ ਚੱਲ ਰਿਹਾ ਨਾ ਸਾਰੇ ਮੁਲਕ ਦੇ ਵਿੱਚ। ਤਾਂ ਜਿਹੜੀ ਮਨੂ ਸਿਮਰਤੀ ਦੀ ਗੱਲ ਕਰਦੇ ਆ ਉਹ ਲਾਗੂ ਕਿੱਥੋਂ ਹੋਈ, ਕਿਵੇਂ ਸ਼ੁਰੂ ਹੋਈ? ਉਹਦਾ ਕਾਰਨ ਇੱਕੋ ਇੱਕ ਹੈ ਕਿ ਸਭ ਤੋਂ ਪਹਿਲਾਂ ਸਾਡੀ ਐਜੂਕੇਸ਼ਨ 'ਤੇ ਲਾਗੂ ਕੀਤੀ ਗਈ। ਪੰਜਾਬੀ ਭਾਸ਼ਾ ਦੀ ਗੱਲ ਕਰੋ, ਦਿਨੋਂ ਦਿਨ ਖਤਮ ਹੋਣ ਦਾ ਕਾਰਨ ਹੈ ਅਸੀਂ ਖੁਦ ਪੰਜਾਬੀ ਨਹੀਂ ਪਿਓਰ ਬੋਲ ਸਕਦੇ। ਸਾਡੀ ਵੀ 12 ਕਹਿੰਦੇ ਤਾਂ 12 ਕੋਹ 'ਤੇ ਜਾ ਕੇ ਭਾਸ਼ਾ ਬਦਲ ਜਾਂਦੀ ਹੈ। ਉਹਦਾ ਕਾਰਨ ਵੀ ਸਿਰਫ ਇਹੀ ਬਣਿਆ। ਔਰ ਜੇਕਰ ਭਾਸ਼ਾ ਬਦਲ ਜਾਂਦੀ ਹੈ ਪਰ ਜਿਹੜੇ ਇਲਾਕੇ 'ਚ ਅਸੀਂ ਰਹਿ ਰਹੇ ਹਾਂ ਅਸੀਂ ਉਹ ਭਾਸ਼ਾ ਤਾਂ ਬੋਲ ਸਕੀਏ, ਅੱਜ ਸਾਡਾ ਉਹ ਵੀ ਖਤਮ ਹੋ ਰਿਹਾ। ਸਾਡੇ 'ਤੇ ਜ਼ਬਰਦਸਤੀ ਥੋਪਿਆ ਜਾ ਰਿਹਾ। ਦਇਆਨੰਦ ਸ਼ਾਸਤਰੀ ਦੀ ਗੱਲ ਕਰਦੇ ਹਾਂ ਆਪਾਂ, DAV ਸੰਸਥਾਵਾਂ ਚੱਲ ਰਹੀਆਂ, DAV ਕਾਲਜ ਚੱਲ ਰਿਹਾ, DAV ਸਕੂਲ ਹੈ, ਯੂਨੀਵਰਸਿਟੀ ਹੈ DAV ਆਪਣਾ ਜਲੰਧਰ ਦੇ ਵਿੱਚ। ਔਰ DAV ਸੰਸਥਾ ਦੇ ਨਾਂ 'ਤੇ ਤਾਂ ਇੰਨਾ ਕੁਛ ਹੋ ਰਿਹਾ। ਆਪਣੇ ਗਿੱਦੜਬਾਹ ਦੇ ਵਿੱਚ ਵੀ DAV ਕਾਲਜ ਆ, ਬਹੁਤ ਵੱਡਾ ਚੱਲ ਰਿਹਾ। ਪਰ ਕਦੇ ਕਿਸੇ ਨੇ ਸੋਚਿਆ ਵੀ ਸਿੱਖ ਕੌਮ ਦਾ ਛੋਟੀ ਜਾਤੀ ਦਾ ਇੱਕ ਵਿਦਵਾਨ ਹੋਇਆ ਜਿਹਦੇ ਵਿੱਚੋਂ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, 2 ਜਣਿਆਂ ਨੇ ਉਸ ਟਾਈਮ ਦੇ ਵਿੱਚ ਸਾਡੀ ਅਗਵਾਈ ਕੀਤੀ ਜਦੋਂ ਸਿਰਫ ਤੇ ਸਿਰਫ ਸਾਡੀ ਕੌਮ ਦੀ ਸਿਰਫ 101 ਲੱਖ ਸਵਾ ਲੱਖ ਦੇ ਆਸੇ ਪਾਸੇ ਆਬਾਦੀ ਰਹਿ ਗਈ ਸੀ। ਉਹਨਾਂ ਨੇ ਉਸ ਟਾਈਮ ਦੇ ਵਿੱਚ ਜਾ ਕੇ ਔਰ ਉਹਨਾਂ ਨੂੰ ਲੋਕ ਐਂ ਸੁਣਨ ਜਾਂਦੇ ਸੀ ਜਿਵੇਂ ਫਿਲਮਾਂ ਦੇਖਣ ਵਾਸਤੇ ਆਪਾਂ ਟਿਕਟ ਲੈ ਕੇ ਜਾਂਦੇ ਹਾਂ। ਪਰ ਉਹਨਾਂ ਨੇ ਬੀੜਾ ਚੱਕਿਆ, 2 ਇਨਸਾਨਾਂ ਨੇ ਰਲ ਕੇ ਬੀੜਾ ਚੱਕਿਆ ਔਰ ਉਹਨਾਂ ਨੇ ਜਿਸ ਬੰਦੇ ਨੂੰ 3 ਵਾਰੀ ਸਰਬ ਧਰਮ ਸੰਮੇਲਨ 'ਚ ਹਰਾਇਆ ਹੋਵੇ ਉਹਦੇ ਨਾਂ 'ਤੇ ਅਸੀਂ ਪੁਰਸਕਾਰ ਲੈ ਰਹੇ ਹਾਂ। ਅੱਜ ਕਿਸੇ ਨੂੰ ਗਿਆਨੀ ਦਿੱਤ ਸਿੰਘ ਬਾਰੇ ਬਹੁਤ ਘੱਟ ਪਤਾ ਹੋਊਗਾ। ਉਹਦਾ ਕਾਰਨ ਸਿਰਫ ਇਹੀ ਹੈ ਕਿ ਜਾਤੀ ਦੇ ਆਧਾਰ 'ਤੇ ਦਬਾਇਆ ਗਿਆ। ਜਿਹੜਾ ਬੰਦਾ ਹਾਰਿਆ ਹੋਵੇ, ਜਿਵੇਂ ਆਪਾਂ ਇਹ ਸਮਝ ਲਓ ਵੀ ਹਾਰੇ ਬੰਦੇ ਨੂੰ ਆਪਾਂ ਕਹਿ ਦਈਏ ਵੀ ਤੂੰ MLA ਹੈ, ਤੇ ਜਿਹੜਾ ਜਿੱਤਿਆ ਹੋਵੇ ਉਹਨੂੰ ਕਹਿ ਦਈਏ ਤੂੰ ਘਰੇ ਬਹਿ ਜਾ। ਆਹ ਹਾਲਾਤ ਹੋਏ। ਇਸ ਕਰਕੇ ਅੱਜ ਆਪਾਂ ਇਕੱਤਰ ਹੋਏ ਹਾਂ। BC ਭਾਈਚਾਰਾ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਵੇਂ ਕੁਲਦੀਪ ਨੇ ਦੱਸਿਆ, SC ਭਾਈਚਾਰੇ ਨੂੰ ਉਹਨਾਂ ਦਾ ਅਧਿਕਾਰ ਮਿਲਿਆ। ਅਸੀਂ ਕਹਿਣਾ ਜੇ ਕੋਈ 1% ਹੋਰ ਵੀ ਮਿਲਦਾ ਰਹਿੰਦਾ ਤਾਂ ਉਹਨਾਂ ਨੂੰ ਮਿਲ ਜਾਣਾ ਚਾਹੀਦਾ। ਪਰ BC ਭਾਈਚਾਰੇ ਨੂੰ ਕੀ ਨਹੀਂ ਮਿਲਿਆ, ਆਪਾਂ ਉਹਦੀ ਲੜਾਈ ਲੜ ਰਹੇ ਹਾਂ। OBC ਸ਼ਬਦ ਸਾਡੇ ਜੋ ਪਹਿਲੀ ਗੱਲ ਤਾਂ ਸ਼ਾਇਦ ਬਲਵੀਰ ਚੰਦ ਜੀ ਬੈਠੇ ਆ। ਮੇਰੇ ਯਾਦ ਹੈ ਜਦੋਂ ਮੈਂ 1996 ਦੇ ਵਿੱਚ 8ਵੀਂ ਕਲਾਸ ਦਾ ਵਜ਼ੀਫੇ ਦਾ ਫਾਰਮ ਭਰਦਾ ਸੀ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਫਾਰਮ ਦੇ ਵਿੱਚ ਕਾਲਮ ਨਹੀਂ ਸੀਗਾ ਉਸ ਟਾਈਮ 'ਚ ਸਿੱਖ ਦਾ, ਹਿੰਦੂ ਦਾ ਕਾਲਮ ਸੀ। ਸਾਨੂੰ ਮੇਰੇ ਯਾਦ ਆ ਜੋ ਤੱਕ ਕਿ ਫਿਰ ਉਹਦੇ 'ਚ ਸਾਨੂੰ ਇਹ ਕਿਹਾ ਗਿਆ ਵੀ ਤੁਸੀਂ BC ਹੈ ਕਿ OBC। ਉਹਦੇ 'ਚ ਵੀ 2 ਤਰ੍ਹਾਂ ਦੀ ਗੱਲ ਕੀਤੀ ਗਈ, ਤੁਸੀਂ ਬੈਕਵਰਡ ਚਾਹੁੰਦੇ ਹੋ ਕਿ ਅਦਰ ਬੈਕਵਰਡ ਚਾਹੁੰਦੇ ਹੋ।
ਜਦੋਂ ਕਿ ਮੇਰੇ ਖਿਆਲ ਵਕੀਲ ਸਾਹਿਬ ਵੀ ਬੈਠੇ ਆ ਵੀ ਇਸ ਚੀਜ਼ ਦਾ ਪਾੜਾ ਨਹੀਂ ਹੋਣਾ ਚਾਹੀਦਾ। ਬੈਕਵਰਡ ਤੇ ਅਦਰ ਬੈਕਵਰਡ ਦੇ ਵਿੱਚ ਕੋਈ ਬਾਹਲਾ ਲੰਮਾ ਚੌੜਾ ਪਾੜਾ ਨਹੀਂ ਹੈ। ਤੇ ਇਹਨਾਂ ਨੇ ਪਹਿਲਾਂ ਤਾਂ ਉੱਥੇ ਉਲਝਾਇਆ ਗਿਆ, ਫਿਰ ਉਸ ਤੋਂ ਬਾਅਦ ਫਿਰ ਉਹਦੇ 'ਚ ਵੀ ਇਹਨਾਂ ਨੇ ਡਿਫਰੈਂਸ ਪੈਦਾ ਕੀਤੇ। ਔਰ ਜੇ ਆਪਾਂ ਅੱਜ ਗੱਲ ਕਰੀਏ BC ਭਾਈਚਾਰੇ ਨੂੰ ਖਤਮ ਕਿਵੇਂ ਕੀਤਾ ਜਾ ਰਿਹਾ, BC ਦੀ ਗੱਲ ਨਾ ਕਰੋ, ਸੈਂਟਰ ਇਹ ਚਾਹੁੰਦਾ BC ਦੀ ਗੱਲ ਨਾ ਕਰੋ, SC ਨੂੰ ਉਹਦਾ ਅਧਿਕਾਰ ਦੇਤਾ, ਅਸੀਂ ਆਪਦੇ ਨਾਲ ਜੋੜ ਲਿਆ, SC ਸਾਡੇ ਮੁਤਾਬਕ ਚੱਲ ਰਿਹਾ। BC ਦੀ ਗੱਲ ਨਾ ਕਰੋ, BC ਦੇ ਵਿੱਚ ਹੌਲੀ ਹੌਲੀ ਕਰਕੇ ਜਿਵੇਂ ਗੁੱਸਾ ਨਾ ਕਰਿਓ ਵੀ ਸੋਨੀ ਭਾਈਚਾਰਾ ਜਿਹੜਾ ਸੁਨਿਆਰ ਭਾਈਚਾਰਾ ਸੀਗਾ ਪਿੱਛੇ ਜੇ 16 ਦੇ ਵਿੱਚ ਮੇਰੇ ਖਿਆਲ ਉਹਨਾਂ ਨੂੰ ਮਿਲੀ ਹੈ ਮਾਨਤਾ, ਉਹਨਾਂ ਨੂੰ BC ਦੇ ਵਿੱਚ ਕੈਟਾਗਰੀ 'ਚ ਸ਼ਾਮਲ ਕਰ ਲਿਆ। ਇਸੇ ਤਰ੍ਹਾਂ ਹੀ ਕਰ ਕਰਕੇ ਉਹ ਜ਼ਿਮੀਂਦਾਰ ਜਿਹੜੇ 2 ਕਿੱਲੇ ਵਾਲਾ 2.5 ਕਿੱਲੇ ਵਾਲਾ ਕਰਕੇ ਉਹਨੂੰ ਪਾ ਦੇਣਗੇ ਵਿੱਚ। ਐਂਡ ਤੇ ਕੀ ਰਹਿ ਜਾਊਗਾ ਵੀ ਅਸੀਂ ਤਾਂ ਰਾਜ ਕਰੀ ਚੱਲ ਗਏ, BC ਭਾਈਚਾਰਾ ਕੋਈ ਬੋਲੇ ਨਾ। ਬਹੁ ਗਿਣਤੀ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਘੱਟ ਗਿਣਤੀ ਨੂੰ ਆਪਦੇ ਥੱਲੇ ਰੱਖਿਆ ਜਾ ਰਿਹਾ। ਆਹੀ ਰੌਲਾ ਚੱਲ ਰਿਹਾ। BC ਭਾਈਚਾਰੇ ਦੇ ਲਈ ਆਪਾਂ ਅੱਜ ਇਕੱਤਰ ਹੋਏ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਹੋਣਾ ਚਾਹੀਦਾ, ਸਾਰੇ ਆਪਾਂ ਬੈਠੇ ਹਾਂ, ਮੇਰਾ ਵੀ ਇਹੀ ਮਨਸ਼ਾ ਹੈ, ਪ੍ਰਮਾਤਮਾ ਮਿਹਰ ਕਰੇ। ਚਲੋ ਆਹ ਇਲੈਕਸ਼ਨ ਵਗੈਰਾ ਦੇ ਦਿਨ ਹੋਣ ਕਰਕੇ ਸਾਰੇ ਆਪਾਂ ਬਿਜ਼ੀ ਹੁੰਦੇ ਹਾਂ, ਕੋਈ ਖੇਤੀਬਾੜੀ ਦੇ ਦਿਨ ਹੈ। ਪਰ ਵਿਚਲਾ ਰੌਲਾ ਇਹ ਹੈ ਵੀ ਜੇਕਰ BC ਭਾਈਚਾਰਾ ਇਕੱਤਰ ਹੁੰਦਾ ਤਾਂ ਆਪਾਂ ਇੱਕ ਪਿੰਡ 'ਚ, ਇੱਕ ਸ਼ਹਿਰ 'ਚ, ਇੱਕ ਵਾਰਡ 'ਚ ਕਿਤੇ ਵੀ ਗਿਣਤੀ ਕਰੀਏ, ਮੈਂ ਆਪਣੇ ਵਾਰਡ ਦੀ ਗਿੱਦੜਬਾਹਾ ਪਿੰਡ 'ਚੋਂ ਗਿਣਤੀ ਕਰਕੇ ਦੇਖੀ, ਵਾਕਿਆ ਹੀ ਹਰ ਇੱਕ ਵਾਰਡ ਦੇ ਵਿੱਚ ਜੇ 1000 ਦੀ ਵੋਟ ਦਾ ਵਾਰਡ ਹੈ ਤਾਂ ਉਹਦੇ ਪਿੱਛੇ 600 550 ਦੇ ਕਰੀਬ BC ਭਾਈਚਾਰਾ ਬੈਠਾ ਹੈ। ਤਾਂ ਉਹਦਾ ਇੱਕ ਵੀ ਬੰਦਾ ਕਿਸੇ ਪਾਰਟੀ 'ਚ ਵੀ ਸਰਗਰਮ ਨਹੀਂ ਹੈ। ਉਹਦਾ ਕਾਰਨ ਕੀ ਹੈ ਕਿ ਉਹ ਆਪਣੇ ਕੰਮ ਤੇ ਜਾਂਦਾ ਹੈ, ਦਿਹਾੜੀ ਲਾਉਂਦਾ, ਵਾਪਸ ਆਉਂਦਾ, ਉਹਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਹੋ ਰਿਹਾ। ਸਾਡੇ ਭਾਈਚਾਰੇ ਦੀਆਂ ਹੁਣ ਜਿਹੜੀ ਨੀਟ ਦੀ ਗੱਲ ਕਰੀਏ ਆਪਾਂ, 27% ਨੀਟ ਦੇ ਵਿੱਚ ਮਿਲਿਆ। ਕੱਲੀ ਨੀਟ ਦੀ ਗੱਲ ਕਿਉਂ ਕਰੀਏ ਆਪਾਂ, ਹਰ ਚੀਜ਼ 'ਚ ਮਿਲਣਾ ਚਾਹੀਦਾ। ਟੀਚਰ ਕੋਟੇ ਦੇ ਵਿੱਚ ਜਦੋਂ 100 ਨੂੰ ਪੋਸਟਾਂ ਮਿਲਦੀਆਂ, ਤੁਸੀਂ ਇਹ ਸੋਚ ਕੇ ਦੇਖੋ ਵੀ 100 ਦੇ ਵਿੱਚ ਅਧਿਕਾਰ ਜੇ 52% ਹੈ ਤਾਂ ਮਿਲਦਾ ਸਾਨੂੰ 2% ਹੈ, ਕਿਤੇ 3 100 ਮਗਰ ਮੇਰੇ ਯਾਦ ਆ ਮੈਂ ਅਪਲਾਈ ਕਰਦਾ ਰਿਹਾ ਜਦੋਂ 100 ਮਗਰ ਸਾਨੂੰ ਕਹਿੰਦੇ ਛੋਟੀਆਂ 5 ਪੋਸਟਾਂ ਜੀ, ਵੇਖ ਲਓ BC 'ਚ ਅਪਲਾਈ ਕਰਨਾ ਕਿ ਨਹੀਂ ਕਰਨਾ। ਅਸੀਂ ਡਰਦੇ ਮਾਰੇ ਜਰਨਲ 'ਚ ਅਪਲਾਈ ਕਰ ਦਿੰਦੇ ਸੀ ਵੀ BC 'ਚ ਪਤਾ ਨਹੀਂ ਨੰਬਰ ਲੱਗੂ ਕਿ ਨਾ ਲੱਗੂ। ਇਹੀ ਕਾਰਨ ਬਣਿਆ। ਜਿਵੇਂ ਜਿਵੇਂ ਹੋ ਰਿਹਾ, ਜਿੰਨਾ ਇਹ ਸਾਰਾ ਕੁਝ ਹੋ ਰਿਹਾ, ਸਰਕਾਰਾਂ ਦਿਨੋਂ ਦਿਨ ਇਹ ਐਂ ਸਮਝ ਲਓ ਵੀ ਉਹਨਾਂ ਨੇ ਇੱਕ ਆਪਣੀ ਸਟ੍ਰੈਟਜੀ ਬਣਾ ਲਈ, ਜਿਹਦੇ ਵਿੱਚ ਉਹਨਾਂ ਨੇ ਇੱਕ ਬਣਾ ਲਿਆ ਕਿ ਅਸੀਂ ਉੱਪਰ ਬੈਠ ਕੇ ਰਾਜ ਕਿਵੇਂ ਕਰਨਾ ਹੈ। ਵੱਡੇ ਘਰਾਣੇ ਭਾਵੇਂ ਅਡਾਨੀ ਬਾਨੀ ਤੋਂ ਆਪਾਂ ਗੱਲ ਕਰੀਏ ਜਾਂ ਆਪਾਂ ਕਾਰਪੋਰੇਟ ਘਰਾਣਿਆਂ ਦੀ ਆਮ ਗੱਲ ਕਰਦੇ ਹਾਂ, ਉਹਦੇ ਵਿੱਚ ਹੀ ਰਾਜਨੀਤਿਕ ਬੰਦੇ ਵੀ ਆ ਜਾਂਦੇ ਜਿਹੜੇ ਬਹੁਤ ਵੱਡੇ ਲੈਵਲ 'ਤੇ ਬੈਠੇ ਆ, ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਔਰ ਅਸੀਂ ਵਾਹ ਕਰਦੇ ਉਹਨਾਂ ਦੀ। ਉਹਨਾਂ ਨੂੰ ਪ੍ਰਮੋਟ ਕੌਣ ਕਰਦਾ ਹੈ? ਅਸੀਂ ਕਰਦੇ ਵਾਲੇ ਹੁੰਦੇ ਹਾਂ। ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਰ ਕੀ ਰਹੇ ਹਾਂ। ਅੱਜ ਜਾਗਰੂਕ ਹੋਣ ਦੀ ਲੋੜ ਹੈ। ਬੈਕਵਰਡ ਕਲਾਸ ਦੇ ਵਿੱਚ ਜੇ BC ਭਾਈਚਾਰਾ ਸਾਰਾ ਇਕੱਤਰ ਹੁੰਦਾ ਹੈ, ਨਾਲ SC ਭਾਈਚਾਰਾ ਇਕੱਤਰ ਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਵੀ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਇੱਥੋਂ ਤੱਕ ਕਿ ਐਡਵੋਕੇਟ ਜਨਰਲ ਦਾ ਰੌਲਾ ਪਾ ਰਿਹਾ, ਬੇਸ਼ੱਕ ਇਹ ਕੁਛ ਵੀ ਕਰ ਰਿਹਾ, ਉੱਥੇ ਸਾਰੀਆਂ ਸੀਟਾਂ 'ਤੇ ਇਕੱਲਾ BC ਤੇ SC ਤੋਂ ਬਿਨਾ ਕੋਈ ਵੀ ਬੰਦਾ ਨਹੀਂ ਬੈਠਿਆ ਹੋਇਆ ਕਰਨਾ। ਔਰ ਜਿਹੜੀ ਲਾਈਨ ਦੇ ਵਿੱਚ ਖੜ੍ਹ ਕੇ ਅਸੀਂ ਅੱਜ ਆਟਾ ਦਾਲ ਲੈ ਰਹੇ ਹਾਂ, ਸ਼ਾਇਦ ਉਹਨਾਂ ਮਨੂਵਾਦੀ ਸਿਮਰਤੀ ਵਾਲਿਆਂ ਨੂੰ ਉਸ ਲਾਈਨ 'ਚ ਖੜ੍ਹ ਕੇ ਆਟਾ ਦਾਲ ਲੈਣਾ ਪਵੇ ਜਿਹਦੇ 'ਚ ਅਸੀਂ ਅੱਜ ਲੱਗ ਰਹੇ ਹਾਂ। ਉਹਦਾ ਕਾਰਨ ਇਹ ਹੈ ਵੀ ਅਸੀਂ ਉਹਨਾਂ ਨੂੰ ਬਣਾਉਣ ਵਾਲੇ ਵੀ ਅਸੀਂ ਹਾਂ, ਪਰ ਅਸੀਂ ਇਹ ਨਹੀਂ ਸੋਚਦੇ ਵੀ ਅਸੀਂ ਕੀ ਹਾਂ, ਹੂ ਐਮ ਆਈ, ਸਾਨੂੰ ਪਤਾ ਹੀ ਨਹੀਂ ਅਸੀਂ ਆਪ ਕੌਣ ਹੈ। ਇਸ ਕਰਕੇ ਆਪਾਂ ਅੱਜ ਇਹ ਭਾਵੇਂ ਮੈਮੋਰੈਂਡਮ ਦੇਣਾ, ਇਹ ਆਪਣੀ ਲੜਾਈ ਅੱਜ ਨਹੀਂ ਖਤਮ ਹੋਣ ਵਾਲੀ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਅਸੀਂ ਵੀ ਆਪਦਾ ਬਣਦਾ ਯੋਗਦਾਨ ਪਾਵਾਂਗੇ। ਆਪਾਂ ਰਲ ਮਿਲ ਕੇ ਇਕੱਤਰ ਹੋ ਕੇ ਇਹ ਦੇਖੀਏ ਵੀ ਪਿੰਡ ਪਿੰਡ, ਸ਼ਹਿਰ ਸ਼ਹਿਰ, ਹਰ ਵਾਰਡ, ਹਰ ਗਲੀ ਮਹੱਲੇ ਦੇ ਵਿੱਚ ਇਸ ਚੀਜ਼ ਦੀ ਆਵਾਜ਼ ਹੋਵੇ ਕਿ ਅਸੀਂ ਆਪਣੀ ਲੜਾਈ ਲੜਨੀ ਹੈ। ਸਿਰਫ ਆਪਾਂ ਹੋਣ ਦੀ ਲੜਾਈ ਲੜਨੀ ਹੈ, ਨਾਟ ਏ ਪੋਲੀਟਿਕਸ। ਕੋਈ ਇਹਦੇ 'ਚ ਰਾਜਨੀਤੀ ਨਹੀਂ। ਹਰ ਬੰਦਾ ਕਿਸੇ ਮਰਜ਼ੀ ਪਾਰਟੀ 'ਚ ਜਾਂਦਾ ਹੈ। ਮੈਂ ਖੁਦ ਇੱਕ ਪਾਰਟੀ ਨੂੰ ਬਿਲੋਂਗ ਕਰਦਾ, ਚੁਣਿਆ ਹੋਇਆ ਨੁਮਾਇੰਦਾ ਹੈ। ਮੈਂ ਨਹੀਂ ਕਹਿੰਦਾ ਕਿ ਮੈਂ ਪਾਰਟੀ ਨਹੀਂ ਕਿਸੇ 'ਚ, ਪਾਰਟੀ ਕਿਸੇ 'ਚ ਵੀ ਹੋਵੇ ਬੰਦਾ, ਸਿਰਫ ਉਹਨੂੰ ਇਹ ਹੋਣਾ ਚਾਹੀਦਾ ਕਿ ਮੈਂ ਜਿਹੜੀ ਲੜਾਈ ਲੜ ਰਿਹਾ ਉਹ ਸਿਰਫ ਆਪਦੀ ਹੋਂਦ ਲਈ ਲੜ ਰਿਹਾ। ਆਪਾਂ ਸਿਰਫ ਆਪਣੀ ਹੋਂਦ ਲਈ ਲੜਨਾ ਵੀ ਮੈਂ ਕੀ ਹਾਂ, ਸਾਨੂੰ ਸਾਡਾ ਅਧਿਕਾਰ ਮਿਲਣਾ ਚਾਹੀਦਾ। ਉੱਥੇ ਕੋਈ ਪਾਰਟੀ ਮੈਟਰ ਨਹੀਂ ਕਰਦੀ। ਪਾਰਟੀਆਂ ਸਾਡੇ ਪਿੱਛੇ ਪਿੱਛੇ ਆਉਣਗੀਆਂ, ਪਾਰਟੀ ਬਾਅਦ 'ਚ ਹੈ, ਸਾਡੀ ਹੋਂਦ ਦੀ ਲੜਾਈ ਪਹਿਲਾਂ ਹੈ। ਤੁਸੀਂ ਕਦੇ ਦੇਖਿਆ ਹੋਣਾ, ਸ਼ਾਇਦ ਇੱਥੇ ਵਿੱਚ ਬੈਠੇ ਵੀ ਹੋਣਾ ਭਾਈਚਾਰਾ, IC ਭਾਈਚਾਰੇ ਨੂੰ ਜਦੋਂ ਵੀ ਕਿਤੇ ਮਾੜੀ ਜੀ ਕੋਈ ਤਨਖਾਹ ਦਾ, ਕਿਸੇ ਚੀਜ਼ ਦਾ ਰੌਲਾ ਪੈਂਦਾ, ਉਹ ਆਪਦਾ ਕੰਮ ਬੰਦ ਕਰਕੇ ਸੜਕ 'ਤੇ ਬਹਿ ਜਾਂਦੇ ਆ। ਕਿੰਨੀ ਜਲਦੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇਣਾ ਪੈਂਦਾ ਸਰਕਾਰ ਨੂੰ। ਉਹਦਾ ਕਾਰਨ ਕੀ ਹੈ ਕਿ ਉਹਨਾਂ ਦੀ ਏਕਤਾ ਹੈ। ਸਾਡੇ ਵਿੱਚ ਸਾਨੂੰ ਜਦੋਂ ਉਹੀ ਗੱਲ ਵਾਪਸ ਵਾਰੀ ਕਹਿ ਰਹੇ ਹਾਂ ਕਿ ਜਦੋਂ ਸਾਨੂੰ ਇਹ ਨਹੀਂ ਪਤਾ ਵੀ ਸਾਡੇ ਅਧਿਕਾਰ ਕੀ ਹੈ, ਤੇ ਫਿਰ ਸਾਨੂੰ ਅਸੀਂ ਕਰਤੱਵ ਤਾਂ ਕਰ ਰਹੇ ਹਾਂ, ਜਿਵੇਂ ਸਾਨੂੰ ਉੱਪਰੋਂ ਫਰਮਾਨ ਆ ਜਾਂਦਾ ਵੀ BC ਹੈ ਤੁਸੀਂ ਬਈ, ਅਸੀਂ ਮੰਨ ਲਿਆ, ਪਰ BC ਦੇ ਅਧਿਕਾਰ ਕੀ ਹੈ? ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਸੇਵਾ ਕਰ ਰਿਹਾ ਪਾਰਟੀ ਦੇ ਵਿੱਚ, ਔਰ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਮੈਨੂੰ ਮੌਕਾ ਮਿਲਿਆ ਡਿਸਟ੍ਰਿਕਟ ਪ੍ਰੈਜ਼ੀਡੈਂਟੀ ਕਰਨ ਦਾ ਸਰਕਾਰ ਦੇ ਵਿੱਚ। ਔਰ ਮੈਂ ਲੁਧਿਆਣੇ ਦੇ ਵਿੱਚ ਹੀਰਾ ਸਿੰਘ ਜੀ ਗਾਬੜੀਆ ਸਾਡੇ BC ਦੇ ਪ੍ਰੈਜ਼ੀਡੈਂਟ ਨੇ, ਪਹਿਲੀ ਵਾਰੀ ਮੈਨੂੰ ਉੱਥੇ ਮੌਕਾ ਮਿਲਿਆ ਤਾਂ ਮੈਂ ਉੱਥੇ ਮੰਗ ਰੱਖੀ ਸੀ ਵੀ ਸਾਨੂੰ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਲਾਇਆ, ਅਸੀਂ ਸੇਵਾ ਕਰਾਂਗੇ, ਪਰ ਸਾਡੇ ਭਾਈਚਾਰੇ ਨੂੰ ਅਸੀਂ ਦੱਸੀਏ ਕਿ ਵੀ ਪਾਰਟੀ ਸਾਡੇ ਲਈ ਕੀ ਕਰ ਰਹੀ ਹੈ। ਉਸ ਤੋਂ ਬਾਅਦ ਇਹ ਪਤਾ ਲੱਗਿਆ ਵੀ ਕਿਵੇਂ ਉਹ ਲਾਭਪਾਤਰੀ ਕਾਪੀਆਂ ਚੱਲ ਰਹੀਆਂ ਜਾਂ ਕਿਵੇਂ ਕਿਵੇਂ ਅਸੀਂ ਕਰ ਰਹੇ ਹਾਂ। ਤਾਂ ਹਰ ਇੱਕ ਪਾਰਟੀ ਨੂੰ ਜੇ ਇਲੈਕਸ਼ਨ ਲੜਨਾ ਹੈ, ਵੋਟਾਂ ਲੈਣੀਆਂ, ਤਾਂ ਸਾਡੀਆਂ ਵੋਟਾਂ ਕਿੱਥੇ ਜਾਂਦੀਆਂ ਸਾਨੂੰ ਕੁਝ ਪਤਾ ਤਾਂ ਹੋਵੇ।
BC ਭਾਈਚਾਰੇ ਦੀਆਂ ਵੋਟਾਂ ਕਿੱਥੇ ਜਾਂਦੀਆਂ, ਉਹਨਾਂ ਦਾ ਅਧਿਕਾਰ ਕਿੱਥੇ ਆ, ਉਹਨਾਂ ਦੇ ਬੰਦੇ ਕਿੱਥੇ ਆ। ਆਪਣੇ 19 ਵਾਰਡਾਂ ਦੇ ਵਿੱਚ ਮੈਨੂੰ ਲੱਗਦਾ ਇੱਕ ਸੀਟ ਆ ਜੀ, ਇੱਕ ਨਾ 19 ਵਾਰਡ ਹੈ ਗਿੱਦੜਬਾਹਾ ਦੇ ਵਿੱਚ, ਇੱਕ ਸੀਟ ਹੈ BC ਦੀ। ਮੈਂ ਉਸੇ ਤੋਂ 2 ਵਾਰ ਇਲੈਕਸ਼ਨ ਲੜਿਆ ਔਰ BC ਸੀਟ ਦੇ ਵਿੱਚ ਸਿਰਫ ਇੱਕ, ਔਰ ਜੇ BC ਨਹੀਂ ਗਿਣਤੀ ਕਰੀਏ ਤਾਂ ਸਾਰੇ ਵਾਰਡਾਂ ਦੇ ਵਿੱਚ ਹੀ ਬੈਠੇ ਆ। ਫਿਰ ਉਹ ਉੱਥੇ ਕਿਉਂ ਨਹੀਂ? ਜੇ ਆਪਾਂ ਟੋਟਲ ਗਿਣਤੀ ਕਰਾਓ ਗਿੱਦੜਬਾਹਾ ਦੀ, ਜਦੋਂ ਗਿਣਤੀ ਕਰਾਈਏ ਆਪਾਂ ਗਿੱਦੜਬਾਹਾ ਦੀ ਟੋਟਲ, ਤਾਂ ਗਿੱਦੜਬਾਹਾ ਸ਼ਹਿਰ ਦੀ 45,000 ਵੋਟ ਹੈ। ਜੇ 45,000 ਦੇ ਵੋਟ ਦੇ ਵਿੱਚੋਂ 25 ਤੋਂ ਵੀ ਉੱਪਰ ਜੇਕਰ BC ਦੀ ਵੋਟ ਹੈ ਤਾਂ ਫਿਰ ਪ੍ਰੈਜ਼ੀਡੈਂਟ ਵੀ ਤਾਂ BC ਦਾ ਹੋਣਾ ਚਾਹੀਦਾ ਸੀ। ਅੱਜ ਤੱਕ ਕਦੇ ਹੋਇਆ? ਸਿਰਫ ਇੱਕ ਵਾਰੀ ਹੋਇਆ ਮੌੜ ਦੇ ਵਿੱਚ, ਮੌੜ 'ਚ ਬਣਿਆ ਇੱਕ ਵਾਰ। ਇਹੀ ਕਾਰਨ ਹੈ ਆਪਾਂ ਇਹਨਾਂ ਚੀਜ਼ਾਂ ਦੀ ਲੜਾਈ ਲੜਨੀ ਹੈ। ਸਭ ਤੋਂ ਪਹਿਲਾਂ ਸਾਡੇ ਐਜੂਕੇਸ਼ਨ ਦਾ ਅਧਿਕਾਰ ਮਿਲਣਾ ਚਾਹੀਦਾ ਸਾਨੂੰ BC ਕੋਟੇ ਦੇ ਵਿੱਚੋਂ, ਫਿਰ ਸਾਡੇ ਅਧਿਕਾਰ ਮਿਲਦੇ ਅੱਗੇ ਅਸੀਂ ਕਿਵੇਂ ਅੱਗੇ ਜਾਣਾ ਹੈ, ਇਸ ਵਾਸਤੇ ਆਪਾਂ ਇਕੱਤਰ ਹੋਏ ਹਾਂ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿੰਨੇ ਵੀ ਆਪਾਂ ਆਏ ਹਾਂ, ਪਰ ਆਪਾਂ ਗਾਂਹ ਨੂੰ ਜਦੋਂ ਵੀ ਕਿਤੇ ਬੈਠਣਾ ਹੈ, ਕਮ ਸੇ ਕਮ ਪ੍ਰਮਾਤਮਾ ਮਿਹਰ ਕਰੇ ਆਪਾਂ ਹੁਣ ਅੱਗੇ ਵਧਾਂਗੇ ਤਾਂ ਸਾਰੇ ਤਰ੍ਹਾਂ ਦੇ ਭਾਈਚਾਰੇ ਜਿੰਨੇ ਆਪਣੇ ਭਾਈਚਾਰੇ 'ਚ ਆਉਂਦੇ ਆ ਔਰ ਜਿਹੜੇ ਨਹੀਂ ਵੀ ਆਉਂਦੇ, ਮੈਂ ਸਮਝਦਾ ਅੱਜ ਦੀ ਘੜੀ ਵੀ 2 ਕਿੱਲਿਆਂ ਵਾਲਾ, 1.5 ਕਿੱਲੇ ਵਾਲਾ, 5 ਕਿੱਲੇ ਤੋਂ ਘੱਟ ਵਾਲਾ, ਵੈਸੇ ਤਾਂ ਸਾਰੇ ਲਾ ਲਓ। ਅੱਜ ਦੀ ਹਾਲਾਤ ਤਾਂ ਜ਼ਿਮੀਂਦਾਰ ਦਾ ਭਾਈਚਾਰੇ ਦਾ ਮਾੜਾ ਹਾਲ ਹੈ, ਪਰ ਸਾਰੇ ਹੀ ਭਾਈਚਾਰੇ ਆਪਾਂ ਇਕੱਤਰ ਹੁੰਦੇ ਆ ਤਾਂ 2 ਤਰ੍ਹਾਂ ਦੇ ਲੋਕ ਹੀ ਸਾਡੇ ਤੇ ਰਾਜ ਕਰ ਰਹੇ ਆ, ਉਹ ਜਿਹੜੇ ਉੱਪਰ ਬੈਠੇ ਨੇ। ਇਸ ਕਰਕੇ ਅਸੀਂ ਆਪਦੀ ਲੜਾਈ ਹੋਣ ਦੀ ਲੜਨੀ ਹੈ, ਇਕੱਤਰ ਹੋਣਾ, ਜਿੰਨੇ ਵੀਰਾਂ ਨੂੰ ਸੁਨੇਹਾ ਲਾ ਸਕਦੇ ਆ। ਜਦੋਂ ਵੀ ਤੁਸੀਂ ਕਿਸੇ ਨੂੰ ਦੱਸਣਾ, ਉਹਨੂੰ ਕੋਈ ਰਾਜਨੀਤੀ ਦੀ ਗੱਲ ਨਹੀਂ, ਉਹਨੂੰ ਸਿਰਫ ਇਹ ਦੱਸਣਾ ਵੀ ਭਾਈ ਦੇਖ BC ਕੈਟਾਗਰੀ ਦੀ ਹੋਂਦ ਮਰ ਰਹੀ ਹੈ। ਅਸੀਂ ਕੀ ਜਿਹੜਾ ਤੁਸੀਂ ਕੀਤਾ ਮੈਂ ਤੁਹਾਨੂੰ ਵਧਾਈ ਦਿੰਦਾ। ਮੈਂ ਉਹ ਪੜ੍ਹਿਆ ਜਦੋਂ ਅਖਬਾਰ 'ਚ, ਮੈਨੂੰ ਸ਼ਾਂਤੀ ਮਿਲੀ। ਮੇਰਾ ਖੁਦ ਦਾ ਭਤੀਜਾ ਇਸ ਲਾਈਨ ਦੇ ਵਿੱਚ ਅੱਗੇ ਕੋਸ਼ਿਸ਼ ਕਰ ਰਿਹਾ, ਪੜ੍ਹ ਰਿਹਾ। ਔਰ BC ਕੈਟਾਗਰੀ ਦੇ ਵਿੱਚ ਜਿਹੜਾ ਤੁਸੀਂ ਨੀਟ ਦੇ ਪੇਪਰ 'ਚ ਆਪਾਂ 27% ਲੈ ਡਿੱਗੇ, ਤੁਸੀਂ ਜ਼ੋਰ ਲਾਇਆ, ਮੈਂ ਵਧਾਈ ਦੇ ਪਾਤਰ ਦਿੰਦਾ ਸਾਰੀ ਕਮੇਟੀ ਨੂੰ। ਔਰ 27% ਦੇ ਵਿੱਚ ਦੇਖੋ ਵੀ ਜੇ 100 BC ਕੈਟਾਗਰੀ 100 ਜੇ ਮਤਲਬ ਪੋਸਟ ਆਈ, 100 MBBS ਡਾਕਟਰ ਬਣਿਆ ਤਾਂ ਉਹਦੇ ਵਿੱਚੋਂ 27 ਡਾਕਟਰ ਜਿਹੜੇ ਆ ਉਹ ਭਾਵੇਂ ਜਿਹਨਾਂ ਦੇ ਮਾਰਕਸ ਉਹਨਾਂ ਨਾਲੋਂ ਕਿਤੇ ਨਾ ਕਿਤੇ 1-2% ਘੱਟ ਜਾਣ ਜਰਨਲ ਨਾਲੋਂ, ਪਰ ਉਹ ਕੀ ਹੋਣਗੇ? ਡਾਕਟਰ ਸਾਡੇ ਭਾਈਚਾਰੇ ਦੇ ਹੋਣਗੇ। ਅੱਜ ਜੇ ਆਪਾਂ ਗੱਲ ਕਰੀਏ, ਮੋਟੀ ਜਿਹੀ ਉਦਾਹਰਨ ਦੇ ਦੇਣਾ, ਲੰਮਾ ਚੌੜਾ ਨਹੀਂ, ਤੁਸੀਂ ਵੀ ਬੈਠੋ ਭਾਈ ਸਾਹਿਬ ਜੀ, ਆਪਣਾ ਕਿਸਾਨ ਭਰਾ ਬੈਠੇ ਆ, ਵੀ ਅੱਜ ਦੀ ਘੜੀ ਆਪਣੇ ਗਿੱਦੜਬਾਹਾ ਦੇ ਵਿੱਚ ਤਾਂ ਚਲੋ SGM ਹੀ ਬਹਿੰਦਾ, ਤੁਸੀਂ ਕਦੇ DC ਤੇ ਜਾ ਕੇ ਦੇਖੋ ਵੀ ਕਿੰਨੇ % DC ਤੁਸੀਂ BC ਜਾਂ ਜਰਨਲ ਦੇਖਿਆ? ਜ਼ਿਆਦਾ ਫੁੱਲ ਜਰਨਲ ਹੋਊਗਾ ਵੱਡਾ, ਜਿਹੜਾ ਜਿਹਦਾ ਆਪਾਂ ਹਿੰਦੂਤਵ ਚਲਾ ਲਓ, ਜੋ ਉਹ ਹੋਊਗਾ, ਜਾਂ ਜਿਹਦੇ ਕੋਲ ਪੈਸਾ ਹੈ, ਸਪੂਨ ਫੀਡਿੰਗ ਹੈ, ਜਿਹਦੇ ਕੋਲ ਚਾਂਦੀ ਦਾ ਚਮਚਾ ਲੈ ਕੇ ਜੰਮਿਆ ਉਹ ਬਣਦਾ, ਜਾਂ ਜਮਾਂ ਲੋਅਰ ਲੈਵਲ ਦੇ ਨੂੰ ਬਣਾਉਣਾ ਪੈਂਦਾ, ਉਹ ਕਿਉਂਕਿ ਉਹਨਾਂ ਨੇ ਨਾਲ ਲਾਇਆ ਹੋਇਆ। ਪਰ ਅਸੀਂ ਕਿੱਥੇ ਰਹਿ ਗਏ? ਦਰਮਿਆਨਾ ਬੰਦਾ ਕਦੇ ਨਹੀਂ ਬਣ ਸਕਦਾ, ਉਹਨੂੰ ਉਹਦੇ 'ਚ ਉਸੇ ਰੋਲ ਦਿੱਤਾ ਜਾਂਦਾ। ਇਹੀ ਕਾਰਨ ਹੈ ਸਭ ਤੋਂ ਘੱਟ ਜੇ ਅੱਜ ਰੁਲ ਰਿਹਾ ਹੈ, ਸਭ ਤੋਂ ਵੱਧ ਲੈਵਲ 'ਤੇ ਤਾਂ ਸਿਰਫ BC ਭਾਈਚਾਰਾ ਰੁਲ ਰਿਹਾ, ਦਿਹਾੜੀ ਕਰ ਰਿਹਾ ਤਾਂ BC ਭਾਈਚਾਰਾ। ਜੇ ਆਪਦੀ ਉਹ ਨਾ ਤਾਂ ਗਾਂਹ ਜੋਗਾ ਹੈ, ਜਾਂ ਤਾਂ ਉਹਨੂੰ ਕੋਟਾ ਦੇ ਦਿਓ, ਤੁਸੀਂ ST ਦਾ ਦੇ ਦਿਓ, SC ਦਾ ਦੇ ਦਿਓ, ਉਹਨੂੰ ਕੋਟਾ ਮਿਲਣ ਲੱਗ ਜਾਓ, ਉਹਦਾ ਕੰਮ। ਲੜਾਈ ਤਾਂ ਫਿਰ ਉੱਥੇ ਕੋਟੇ ਦੀ ਆ ਗਈ। ਇਸ ਕਰਕੇ ਜੇ ਆਪਾਂ ਮਰ ਰਹੇ ਹਾਂ ਤਾਂ ਸਿਰਫ ਇਸੇ ਕਾਰਨ ਹੈ ਕਿ ਸਾਡੀ ਏਕਤਾ ਦੀ ਕਮੀ ਹੈ, ਸਾਡੀ ਜਾਗਰੂਕਤਾ ਦੀ ਕਮੀ ਹੈ। ਅਸੀਂ ਆਪਣੇ ਸਾਨੂੰ ਲੜਾਇਆ ਵੀ ਜਾਊਗਾ, ਸ਼ੁਕਰ ਆ ਆਪਾਂ ਹਜੇ ਇਕੱਠੇ ਆ। ਹੋ ਸਕਦਾ ਕਹਿ ਦੇਣ ਵੀ SC ਭਾਈਚਾਰਾ ਭਾਈ ਤੁਹਾਡੀ ਹੋਂਦ ਖਤਮ ਹੋ ਜੂ ਜੇ BC ਪਾ ਤਿਆਰ ਹੋ ਗਏ, ਤਾਂ ਹੋ ਸਕਦਾ ਇਹੋ ਜਿਹੀ ਚਾਲ ਵੀ ਚੱਲਣ। ਇਹ ਤੁਸੀਂ ਬੈਠੇ ਹੋ ਸਕਦਾ ਇਹ ਚਾਲ ਚੱਲੀ ਜਾਵੇ ਵੀ SC ਖਤਮ ਹੋ ਜਾਊਗਾ ਜੀ, ਜੇ BC ਆ ਗਿਆ ਸੋ ਤੁਹਾਡੀਆਂ ਪੋਸਟਾਂ ਘੱਟ ਜਾਣੀ। ਕਿਵੇਂ ਘੱਟ ਜਾਣੀਆਂ? ਉਹਨਾਂ ਨੂੰ ਵੀ ਅਸੀਂ ਸਮਝਾਉਣਾ, ਉਹ ਖੈਰ ਏਡੇ ਕਮਲੇ ਨਹੀਂ, ਉਹ ਸਮਝਦਾਰ ਹੈ, ਬਹੁਤ ਪੜ੍ਹੇ ਲਿਖੇ ਬੈਠੇ। ਬਾਬਾ ਸਾਹਿਬ ਅੰਬੇਦਕਰ ਜੀ ਨੇ ਜਦੋਂ ਸੰਵਿਧਾਨ ਲਿਖਿਆ ਸੀ, ਉਹਨਾਂ ਨੇ ਕਿਉਂ ਇਸ ਕੈਟਾਗਰੀ ਵਾਈਜ਼ ਸੈਟਿੰਗ ਕਰਕੇ ਦਿੱਤੀ? ਉਹਨਾਂ ਨੂੰ ਪਤਾ ਸੀ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾਣਗੀਆਂ, ਤਾਂ ਸਾਨੂੰ ਛੋਟੀਆਂ ਮੱਛੀਆਂ ਨੂੰ ਕਵਚ ਬਣਾ ਕੇ ਦਿੱਤਾ। ਉਹ ਸੀ ਸਾਡਾ ਕੋਟਾ ਸੀ ਸਾਡਾ ਜਾਤੀ ਦੇ ਆਧਾਰ 'ਤੇ, ਤਾਂ ਸਾਡੀ ਜਾਤੀ ਨੂੰ ਖਤਮ ਕਰਨਾ ਇਹਨਾਂ ਦਾ ਵੱਡਾ ਮੁੱਦਾ ਬਣ ਗਿਆ। ਸਾਨੂੰ ਹੁਣ ਧਾਰਮਿਕ ਪੱਖੋਂ ਉਲਝਾਇਆ ਜਾਂਦਾ ਹੈ, ਗ੍ਰੰਥਕ ਪੱਖੋਂ ਉਲਝਾਇਆ ਜਾਂਦਾ ਹੈ। ਅੱਜ ਜੇ ਸਿੱਖ ਪੰਥ ਦੀ ਗੱਲ ਕਰੀਏ, ਸਿੱਖ ਕੌਮ ਦੀ ਗੱਲ ਕਰੀਏ, ਤਾਂ ਮਨੂ ਸਿਮਰਤੀ ਇੰਨੀ ਕੁ ਲਾਗੂ ਕਰ ਦਿੱਤੀ ਕਿ ਵੀ ਸਾਨੂੰ ਉਹਨਾਂ ਚੀਜ਼ਾਂ 'ਚ ਉਲਝਾਤਾ ਜਿਨ੍ਹਾਂ ਚੀਜ਼ਾਂ ਦਾ ਸਿੱਖ ਪੰਥ ਦੇ ਵਿੱਚ, ਸਿੱਖ ਧਰਮ ਦੇ ਵਿੱਚ ਖੰਡਨ ਕੀਤਾ ਗਿਆ। ਅੱਜ ਸਾਰਾ ਕੁਝ ਸਿੱਖੋ ਕਰ ਰਿਹਾ ਜਿਹੜਾ ਕੁਝ ਦਾ ਖੰਡਨ ਕੀਤਾ ਗਿਆ ਸੀ, ਸਿਰਫ ਉਹਨਾਂ ਕਰਕੇ। ਇਹ ਕਾਰਨ ਹੈ। ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ, ਬਲਵੀਰ ਚੰਦ ਜੀ ਦਾ ਧੰਨਵਾਦ ਕਰਦਾ ਵੀ ਆਪਾਂ ਇਕੱਤਰ ਹੋਏ, ਸਾਨੂੰ ਵੀ ਮੌਕਾ ਮਿਲਿਆ। ਪਹਿਲੀ ਵਾਰੀ ਇਸ ਸਟੇਜ ਤੋਂ ਮੈਂ ਬੋਲਿਆ ਅੱਜ, ਔਰ ਗਲਤ ਸ਼ਬਦ ਬੋਲੇ ਗਏ ਤਾਂ ਮੈਂ ਮਾफ़ੀ ਮੰਗਦਾ। ਔਰ ਮੈਂ ਨਾਲ ਬੇਨਤੀ ਕਰਦਾ ਕਿ ਆਪਾਂ ਮੰਗ ਪੱਤਰ ਵੀ ਦੇਣਾ ਹੈ, ਔਰ ਅੱਗੇ ਤੋਂ ਜਦੋਂ ਇਕੱਤਰ ਹੋਈਏ ਆਪਣੀ ਗਿਣਤੀ 200 ਤੋਂ ਘੱਟ ਨਹੀਂ ਹੋਣੀ ਚਾਹੀਦੀ। ਇੱਕ ਨਾ ਮੁਸਲਮਾਨਾਂ ਦਾ ਆਪਾਂ ਮੰਗ ਪੱਤਰ ਦੇ ਦਿਓ, ਜਿਹੜੇ ਉਹਨਾਂ ਨੇ ਮਾਸਟਰ ਢਾਹ ਰਹੇ ਨੇ ਕਰਨਾਟਕਾ